ਅੱਜ ਘੱਟ ਗਿਣਤੀ ਜਥੇਬੰਦੀਆਂ ਵੱਲੋਂ ਸਥਾਨਕ ਰੈਸਟ ਹਾਊਸ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਮਣੀਪੁਰ ਵਿੱਚ ਹੋ ਰਹੇ ਔਰਤਾਂ ਤੇ ਅਤਿਆਚਾਰ ਨੂੰ ਲੈ ਕੇ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਜੰਮ ਕੇ ਕੋਸਿਆ। ਉੱਥੇ ਹੀ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਇਸ ਮੁੱਦੇ ਤੇ ਕੁਝ ਨਾ ਬੋਲਣ ਨੂੰ ਮੰਦਭਾਗਾ ਦੱਸਦੇ ਹੋਏ ਮਿਤੀ 28 ਤਰੀਕ ਨੂੰ ਇਸ ਦੇ ਖਿਲਾਫ ਇੱਕ ਰੋਸ ਮਾਰਚ ਨੀਮਾਂਵਾਲਾ ਚੌਂਕ ਗੁਰਦੁਆਰਾ ਤੋਂ ਕੱਢਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਹ ਰੋਸ ਮਾਰਚ ਬੱਸ ਅੱਡੇ ਤੇ ਆ ਕੇ ਬੀਜੇਪੀ ਦੀ ਕੇਂਦਰ ਦੀ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਆਓ ਦੇਖਦੇ ਹਾਂ ਇਸ ਮੌਕੇ ਬੁਲਾਰਿਆਂ ਵੱਲੋਂ ਕੀ ਕਿਹਾ ਗਿਆ। ਅੱਜ ਕੀ ਕਹਿਣਾ ਚਾਹੁੰਦੇ ਸਰ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਮੀਟਿੰਗ ਜਿਹੜੀ ਹੈ ਫਗਵਾੜੇ ਦੇ ਸਾਰੇ ਘੱਟ ਗਿਣਤੀ ਭਾਈਚਾਰਿਆਂ ਵੱਲੋਂ ਇੱਥੇ ਰੱਖੀ ਗਈ ਹੈ। ਉਹ ਜਿਹੜਾ ਮਣੀਪੁਰ ਦੇ ਵਿੱਚ ਜਿਹੜਾ ਬਹੁਤ ਹੀ ਦੁਖਦਾਈ ਤੇ ਸ਼ਰਮਨਾਕ ਜਿਹੜਾ ਇੱਕ ਘਟਨਾ ਜਿਹੜੀ ਹੋਈ ਹੈ, ਜਿਹੜੀ ਇੱਕ ਦੋ ਲੇਡੀਜ਼ ਨੂੰ ਨਿਰਵਸਤਰ ਕਰਕੇ ਜਿਹੜਾ ਸਾਰਾ ਸ਼ਹਿਰ ਦੇ ਵਿੱਚ ਘੁਮਾਇਆ ਗਿਆ, ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ। ਸਭ ਤੋਂ ਵੱਡੀ ਸ਼ਰਮਨਾਕ ਦੇਸ਼ ਦੇ ਵਿੱਚ ਸਾਡੀ ਇਹ ਜਿਹੜੀ ਘਟਨਾ ਹੋਈ ਹੈ, ਜਿਹਦੇ ਕਰਕੇ ਸਾਰੇ ਦੇਸ਼ ਵਾਸੀ ਸਾਰੇ ਸ਼ਰਮਸਾਰ ਆ। ਜਿਹੜੀ ਉੱਥੋਂ ਦੀ ਸਰਕਾਰ ਆ, ਮੁੱਖ ਮੰਤਰੀ ਆ ਬੀਜੇਪੀ ਦੀ ਸਰਕਾਰ ਜਿਹੜੀ ਆ, ਤੇ ਪ੍ਰਧਾਨ ਮੰਤਰੀ ਆਪਣੇ ਬੀਜੇਪੀ ਦਾ ਤਾਂ ਵੀ ਸ਼ਰਮ ਨਹੀਂ ਆਈ। 78 ਦਿਨਾਂ ਬਾਅਦ ਪ੍ਰਧਾਨ ਮੰਤਰੀ ਨੂੰ ਇਹ ਯਾਦ ਆਇਆ। 78 ਦਿਨ ਬਾਅਦ ਉਹਨਾਂ ਨੇ ਸਿਰਫ 40 ਸਕਿੰਟ ਦਾ ਅਫਸੋਸ ਜ਼ਾਹਰ ਕੀਤਾ ਇਸ ਘਟਨਾ ਤੇ। ਜਿਹੜੇ ਮੁੱਖ ਮੰਤਰੀ ਉੱਥੋਂ ਦੇ ਮਣੀਪੁਰ ਦੇ ਹੈਗੇ ਆ, ਉਹ ਕੀ ਕਹਿ ਰਹੇ ਆ ਕਿ ਸੈਂਕੜੇ ਹਜ਼ਾਰਾਂ ਹੀ ਇੱਦਾਂ ਦੀਆਂ FIR ਜਿਹੜੀਆਂ ਪਹਿਲਾਂ ਵੀ ਦਰਜ ਆ, ਕਿਉਂਕਿ ਇਹ ਮਨੋਵਾਦੀ ਸੋਚ ਜਿਹੜੀ ਆ ਸਾਰੇ ਦੇਸ਼ ਦੇ ਵਿੱਚ ਬਹੁਤ ਨੁਕਸਾਨਦੇਹ ਆ। ਇਹਨੂੰ ਅਸੀਂ ਬਿਲਕੁਲ ਹੀ ਅਸੀਂ ਘੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ। ਤੇ ਫਗਵਾੜੇ ਦੀਆਂ ਘੱਟ ਗਿਣਤੀਆਂ ਜਿਹੜੀਆਂ ਸਾਰਾ ਅੱਜ ਫਰੰਟ ਬਣਾਇਆ, ਘੱਟ ਗਿਣਤੀ ਭਾਈਚਾਰੇ ਜਿਹੜੇ ਰਲ ਕੇ ਜਿਹੜਾ ਇਸ ਦਾ ਪ੍ਰੋਟੈਸਟ ਜਿਹੜਾ ਆਉਣ ਵਾਲੇ ਸ਼ੁੱਕਰਵਾਰ ਨੂੰ ਵੱਡੀ ਪੱਧਰ ਤੇ ਫਗਵਾੜੇ ਦੇ ਵਿੱਚ ਕੀਤਾ ਜਾਊਗਾ, ਰੋਸ ਜ਼ਾਹਰ ਕੀਤਾ ਜਾਊਗਾ। ਇਸ ਕਰਕੇ ਅੱਜ ਸਾਰੇ ਭਾਈਚਾਰਿਆਂ ਦੇ ਇੱਥੇ ਆਪਾਂ ਮੀਟਿੰਗ ਰੱਖੀ। ਅੱਜ ਬੜੇ ਹੀ ਇੱਕ ਸ਼ਰਮਨਾਕ ਘਟਨਾ ਨੂੰ ਲੈ ਕੇ ਫਗਵਾੜੇ ਘੱਟ ਗਿਣਤੀ ਸਾਂਝਾ ਫਰੰਟ ਵੱਲੋਂ ਸਮੂਹ ਸਮਾਜ ਜਿਹੜਾ ਸਦੀਆਂ ਤੋਂ ਪੀੜਤ ਹੈ, ਉਹਨਾਂ ਵੱਲੋਂ ਇੱਕ ਕਾਨਫਰੰਸ ਜਿਹੜੀ ਰੱਖੀ ਗਈ ਹੈ। ਤੁਹਾਡੇ ਮਦਦ ਤੋਂ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅੱਜ ਜੋ ਦੇਸ਼ ਦੇ ਹਾਲਾਤ ਹੈ ਕਿਸੇ ਤੋਂ ਲੁਕੇ ਨਹੀਂ ਹੈ। ਬੀਜੇਪੀ ਦਾ ਰਾਜ ਜਿਹੜੀਆਂ ਵੀ ਸਟੇਟਾਂ 'ਚ ਆ ਰਿਹਾ, ਉੱਥੇ ਘੱਟ ਗਿਣਤੀ ਕੋਈ ਵੀ ਫਿਰਕਾ ਹੋਵੇ ਉਹ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਚਾਹੇ ਉਹ ਯੂਪੀ ਦੀ ਦਾਮ ਘਟਨਾ ਹੋਵੇ ਵਿਸ਼ਾ ਭੈਣ ਦੀ, ਤੇ ਚਾਹੇ ਅੱਜ ਜਿਹੜੀ ਉਦੋਂ ਵੀ ਜ਼ਿਆਦਾ ਘਟਨਾ ਸ਼ਰੇਆਮ ਸਾਡੀਆਂ ਦੋ ਮਾਵਾਂ ਭੈਣਾਂ ਨੂੰ ਨਿਰਵਸਤਕ ਕਰਕੇ ਘੁਮਾਇਆ ਹੀ ਨਹੀਂ ਗਿਆ, ਨਾਲ ਜੋ ਉਹਨਾਂ ਦੀ ਬੇਪਤੀ ਕੀਤੀ ਗਈ ਹੈ। ਅੱਜ ਪੂਰਾ ਦੇਸ਼ ਇਸ ਘਟਨਾ ਨੂੰ ਲੈ ਕੇ ਸ਼ਰਮਸਾਰ ਹੈ। ਪੂਰਾ ਵਰਲਡ ਦਾ ਮੀਡੀਆ ਸਾਡੇ ਦੇਸ਼ ਤੇ ਹੱਸ ਰਿਹਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ 78 ਦਿਨ ਬੀਤ ਜਾਣ ਤੋਂ ਬਾਅਦ ਵੀ ਪਾਰਲੀਮੈਂਟ ਦੇ ਵਿੱਚ ਅੱਜ ਤੱਕ ਇੱਕ ਸ਼ਬਦ ਨਹੀਂ ਬੋਲਿਆ। ਔਰ ਉਦੋਂ ਜ਼ਿਆਦਾ ਸ਼ਰਮ ਦੀ ਗੱਲ ਹੈ ਕਿ ਨਾ ਹੀ ਅਮਿਤ ਸ਼ਾਹ, ਨਾ ਹੀ ਪ੍ਰਧਾਨ ਮੰਤਰੀ ਔਰ ਨਾ ਹੀ ਜਿਹੜੀ ਬਾਲ ਸੁਰੱਖਿਆ ਅਤੇ ਔਰਤ ਸੁਰੱਖਿਆ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, ਜਿਹੜੀ ਪੂਰੇ ਦੇਸ਼ ਦੇ ਵਿੱਚ ਸਿਲੰਡਰ ਵੇਚਣ ਦੇ ਵਿੱਚ ਬੜੀ ਕਾਮਯਾਬ, ਔਰਤਾਂ ਨੂੰ ਨਹੀਂ ਮਿਲਿਆ ਜਿਨ੍ਹਾਂ ਨਾਲ ਇੰਨੀ ਬੇਪਤੀ ਹੋਈ ਹੈ। ਜੇ ਦਿੱਲੀ ਦੀ ਮਹਿਲਾ ਜਿਹੜੀ ਉਹ ਬਣੀ ਹੈ ਰੱਖਿਆ ਮੰਤਰੀ ਜੋ ਹੁੰਦੀ ਹੈ ਦੇਸ਼ ਦੀ, ਕੀ ਕਹਿੰਦੇ ਉਹਨਾਂ ਨੂੰ, ਕਮਿਸ਼ਨ, ਮਹਿਲਾ ਕਮਿਸ਼ਨ, ਉਹ ਜਾ ਕੇ ਉਹਨਾਂ ਨੂੰ ਮਿਲ ਸਕਦੀ ਹੈ ਦਿੱਲੀ ਚੋਂ ਜਾ ਕੇ, ਤਾਂ ਦੇਸ਼ ਦੇ ਜਿਹੜੇ ਕੇਂਦਰੀ ਮੰਤਰੀ ਉਹ ਕਿਉਂ ਨਹੀਂ ਮਿਲ ਸਕਦੇ? ਇੱਥੋਂ ਇਹ ਪਤਾ ਲੱਗਦਾ ਸੀ ਕਹਿੰਦੇ ਚੰਗੇ ਨੇ ਲੱਗਦੇ। ਅਗਰ ਇਹੀ ਘਟਨਾ ਕਿਤੇ ਹੋਰ ਘਟੀ ਹੁੰਦੀ ਕਾਂਗਰਸ ਰਾਜ ਦੇ ਵਿੱਚ ਜਾਂ ਅਦਰ ਸਟੇਟ ਦੇ ਵਿੱਚ, ਤਾਂ ਬੀਜੇਪੀ ਨੇ ਸਾਰੇ ਦੇਸ਼ ਦੇ ਵਿੱਚ ਹੱਲਾ ਬੋਲ ਲੈਣਾ ਸੀ। ਅੱਜ ਹੀ ਕਰਪੂਥਲੇ ਤੇ ਇੱਕ ਬੀਜੇਪੀ ਦੇ ਮੰਤਰੀ ਦਾ ਬਿਆਨ ਲੱਗਾ ਕਿ ਰਾਜਸਥਾਨ 'ਚ ਵੀ ਇੱਦਾਂ ਦੀਆਂ ਘਟਨਾ ਘਟ ਰਹੀਆਂ। ਉਹਨੇ ਕਿਤੇ ਇੱਕ ਲਾਈਨ 'ਚ ਵੀ ਕੰਡੈਮ ਨਹੀਂ ਕੀਤਾ ਕਿ ਜੋ ਵੀ ਮਣੀਪੁਰ ਦੇ ਵਿੱਚ ਹੋਇਆ ਉਹ ਮਾੜਾ ਹੋਇਆ, ਚਾਹੇ ਉਹ ਕਾਂਗਰਸ ਦੇ ਰਾਜ ਕਿਸੇ ਸਟੇਟ 'ਚ ਹੋਵੇ, ਚਾਹੇ ਬੀਜੇਪੀ ਦੀ ਸਟੇਟ 'ਚ ਹੋਵੇ, ਚਾਹੇ ਅਦਰ ਸਟੇਟ 'ਚ ਹੋਵੇ। ਸਾਡੇ ਸਮਾਜ ਦੀਆਂ ਔਰਤਾਂ, ਸਭ ਦੀਆਂ ਧੀਆਂ ਭੈਣਾਂ ਕਿਸੇ ਧਰਮ ਦੀਆਂ ਹੋਣ, ਉਹਨਾਂ ਨਾਲ ਇੱਦਾਂ ਦੀ ਬੇਪਤੀ ਹੋਣੀ ਬਹੁਤ ਹੀ ਸ਼ਰਮ ਦੀ ਗੱਲ ਹੈ। ਇਸ ਘਟਨਾ ਨੂੰ ਲੈ ਕੇ ਜੋ ਅਸੀਂ ਸਾਂਝਾ ਫਰੰਟ ਬਣਾਇਆ, ਅਸੀਂ ਪਰਸੋਂ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਨਿੰਮਾਵਾਲਾ ਚੌਂਕ ਗੁਰਦੁਆਰਾ ਸਾਹਿਬ ਤੋਂ ਇਕੱਠੇ ਹੋ ਕੇ ਫਗਵਾੜੇ ਦੇ ਬਾਜ਼ਾਰਾਂ ਵਿੱਚ ਹੀ ਹੁੰਦੇ ਹੋ ਕੇ ਬੱਸ ਸਟੈਂਡ ਤੇ ਆ ਕੇ ਬੀਜੇਪੀ ਦਾ ਪੁਤਲਾ ਫੂਕਾਂਗੇ, ਜਿਹੜਾ ਰੌਲਾ ਪਾਉਂਦੀ ਆ ਕਿ ਡਬਲ ਇੰਜਨ ਦੀ ਸਰਕਾਰ 78 ਦਿਨਾਂ ਤੋਂ ਮਣੀਪੁਰ ਦੇ ਵਿੱਚ ਜਿੰਨੀ ਮਾੜੀ ਘਟਨਾ ਘਟ ਰਹੀਆਂ, ਜਿੰਨੀ ਵੱਡੀ ਹਿੰਸਾ ਹੋ ਰਹੀ ਹੈ, ਪੂਰੇ
ਦੇਸ਼ ਕਿਸੇ ਸਟੇਟ 'ਚ ਨਹੀਂ ਹੋਈ ਅੱਜ ਤੱਕ ਰੋਕਣ 'ਚ ਨਾਕਾਮਯਾਬ ਹੈ। ਉਹਦਾ ਪੁਤਲਾ ਫੂਕਾਂਗੇ ਅਤੇ ਅਸੀਂ ਹਿਊਮਨ ਚੈਨ ਬਣਾ ਕੇ ਇਹਨਾਂ ਦਾ ਸਿਆਪਾ ਕਰਾਂਗੇ ਤੇ ਲੋਕਾਂ ਨੂੰ ਜਾਗਰਤ ਕਰਾਂਗੇ ਕਿ ਜਿਹੜੀਆਂ ਉੱਥੇ ਔਰਤਾਂ ਨਹੀਂ ਹੈ ਉਹ ਹਰ ਉਸ ਦੇਸ਼ ਵਾਸੀ ਦੀ ਮਾਂ ਤੇ ਭੈਣ ਹੈ ਜਿਹੜਾ ਇਹ ਦੇਸ਼ ਨੂੰ ਆਪਣਾ ਦੇਸ਼ ਕਹਿਣ 'ਚ ਗਰਵ ਮਹਿਸੂਸ ਕਰਦਾ ਹੈ। ਮਗਰ ਅੱਜ ਸਾਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿੱਥੇ ਨਾ ਮੁਸਲਮਾਨ ਸੁਰੱਖਿਅਤ ਹੈ, ਨਾ ਸਿੱਖ ਸੁਰੱਖਿਅਤ ਹੈ, ਨਾ ਈਸਾਈ ਸੁਰੱਖਿਅਤ ਹੈ, ਨਾ ਦਲਿਤ ਸੁਰੱਖਿਅਤ ਹੈ। ਅਗਰ ਸੁਰੱਖਿਅਤ ਹੈ ਤਾਂ ਇੱਕੋ ਹੀ ਵਰਗ ਹੈ ਜਿਹੜਾ ਬੀਜੇਪੀ ਦਾ ਵਰਗ ਹੈ। ਸੋ ਸਾਡੀ ਮੀਡੀਆ ਦੇ ਥਰੂ ਇਹ ਬੇਨਤੀ ਹੈ ਸਾਰੇ ਭਾਈਚਾਰਿਆਂ ਨੂੰ ਕਿ ਇਸ ਸਮੂਲੀਅਤ ਦੇ ਵਿੱਚ, ਇਸ ਸੰਘਰਸ਼ ਦੇ ਵਿੱਚ ਸਾਰੇ ਸ਼ਾਮਲ ਹੋਵੋ ਕਿਉਂਕਿ ਇਹ ਸਾਡੇ ਦੇਸ਼ ਤੇ ਇੱਕ ਕਣਕ ਹੈ ਔਰ ਇਹ ਕਣਕ ਨੂੰ ਧੋਣ ਦੇ ਵਿੱਚ ਅਸੀਂ ਕਾਮਯਾਬ ਹੋਈਏ ਔਰ ਅਸੀਂ ਹਾਂ ਦਾ ਨਾਰਾ ਮਾਰੀਏ ਤਾਂ ਕਿ ਮਣੀਪੁਰ ਦੇ ਵਿੱਚ ਬੈਠਾ ਜਿਹੜਾ ਸਮਾਜ ਜਿਹੜਾ ਅਸੁਰੱਖਿਅਤ ਮਹਿਸੂਸ ਕਰਦਾ ਹੈ ਉਹਨੂੰ ਲੱਗੇ ਕਿ ਸਾਰਾ ਦੇਸ਼ ਉਹਨਾਂ ਦੇ ਨਾਲ ਹੈ। ਸੋ ਸਭ ਨੂੰ ਬੇਨਤੀ ਹੈ ਕਿ ਸ਼ੁੱਕਰਵਾਰ ਸ਼ਾਮ 4 ਵਜੇ ਨਿੰਮਾਵਾਲਾ ਚੌਂਕ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ। ਜੈ ਭੀਮ, ਜੈ ਭਾਰਤ, ਨਮੋ ਬੁੱਧਾਏ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਪਿਛਲੇ ਦਿਨਾਂ ਦੇ ਵਿੱਚ ਮਣੀਪੁਰ ਦੇ ਵਿੱਚ ਬਹੁਤ ਸ਼ਰਮਨਾਕ ਘਟਨਾ ਹੋਈ ਆ, ਉਸ ਨਾਲ ਪੂਰੇ ਹਿੰਦੁਸਤਾਨ ਦਾ ਸ਼ਰਮ ਦਾ ਸਿਰ ਝੁਕਿਆ। ਹਿੰਦੁਸਤਾਨ ਦੇ ਵਿੱਚ ਇੱਕ ਦਾਮਨੀ ਕਾਂਡ ਵਿਧੀ 'ਚ ਹੋਇਆ ਸੀ। ਉਹਦੇ ਵਿੱਚ ਇੱਕ ਬੇਟੀ ਨਾਲ ਦਰਿੰਦਿਆਂ ਨੇ ਦਰਿੰਦਪੁਣਾ ਕੀਤਾ ਸੀਗਾ ਤੇ ਲੇਕਿਨ ਸਾਰਾ ਹਿੰਦੁਸਤਾਨ ਹਿੱਲ ਗਿਆ ਸੀ। ਅੱਜ ਉੱਥੇ 2 ਬੇਟੀਆਂ ਨਾਲ ਨਹੀਂ ਹੋਇਆ, ਬਹੁਤੀਆਂ ਨਾਲ ਹੋਇਆ ਵਾ। ਅਸੀਂ 2 ਦਾ ਕਹਿੰਦੇ ਆ, ਬਹੁਤੀਆਂ ਨਾਲ ਹੋਇਆ ਵਾ। ਲੇਕਿਨ ਇਸ ਮੁਲਕ ਦਾ ਪ੍ਰਧਾਨ ਮੰਤਰੀ ਦੇ ਕੰਨਾਂ ਤੇ ਜੂੰ ਨਹੀਂ ਸੜਕੀ, ਹੋਮ ਮਿਨਿਸਟਰ ਦੇ ਨਹੀਂ ਸੜਕੀ, ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਜਦੋਂ ਦਾਮਨੀ ਦਾ ਇਲਾਜ ਸਿੰਗਾਪੁਰ 'ਚ ਹੋਇਆ ਸੀਗਾ, ਜਦੋਂ ਉਹਦੀ ਡੈੱਡ ਬੋਡੀ ਆਈ ਸੀ ਤਾਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਰਾਤ ਨੂੰ 에ਅਰਪੋਰਟ ਤੇ ਉਹਨੂੰ ਲੈਣ ਗਏ ਸੀ। ਉਹ ਪ੍ਰਧਾਨ ਮੰਤਰੀ ਸੀ ਸਰਦਾਰ ਮਨਮੋਹਨ ਸਿੰਘ, ਜਿਹਨਾਂ 'ਚ ਇਨਸਾਨੀਅਤ ਸੀ। ਇਸ ਪ੍ਰਧਾਨ ਮੰਤਰੀ ਨੂੰ ਬਿਲਕੁਲ ਬੀਜੇਪੀ ਦੀ ਜਿੱਥੇ ਵੀ ਸਰਕਾਰ ਆਈ ਆ, ਪਹਿਲਾਂ ਤਾਂ ਉੱਥੇ ਧੱਕਾਸ਼ਾਹੀ ਕਰਕੇ ਸਰਕਾਰਾਂ ਲਿਆਂਦੀਆਂ। ਸਾਡੇ ਸਾਹਮਣੇ ਮਹਾਰਾਸ਼ਟਰ 'ਚ ਲਿਆਂਦੀ, ਇੱਥੇ ਲਿਆਂਦੀ, ਗੁੰਡਾਗਰਦੀ ਦਾ ਰਾਜ ਕਰਦੇ ਆ। ਯੂਪੀ 'ਚ ਕੀ ਕਰ ਰਹੇ ਆ, ਪੂਰੇ ਹਿੰਦੁਸਤਾਨ 'ਚ ਕਰ ਰਹੇ ਆ। ਇਸ ਕਰਕੇ ਇਸ ਸਰਕਾਰ ਨੂੰ ਸ਼ਰਮ ਦਾ ਨਾਂ ਦੀ, ਕੋਈ ਇਨਸਾਨੀਅਤ ਨਾਂ ਦੀ ਇਹ ਚੀਜ਼ ਨਹੀਂ ਰਹੀ। ਇਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਆਪਣੇ ਆਪ ਨੂੰ ਹਿੰਦੂ ਕਹਾਉਣ ਲੱਗਿਆਂ ਨੂੰ, ਜਦ ਕਿ ਧੀਆਂ ਭੈਣਾਂ ਸਾਰਿਆਂ ਦੀਆਂ ਨਹੀਂ ਹੁੰਦੀਆਂ। ਨਾ ਹਿੰਦੁਸਤਾਨ 'ਚ ਕੋਈ ਧਰਮ ਹੈਗਾ, ਸਾਰੇ ਅਸੀਂ ਇਨਸਾਨ ਆ। ਸਭ ਤੋਂ ਪਹਿਲਾਂ ਧਰਮ ਬਾਅਦ ਦੀਆਂ ਗੱਲਾਂ। ਆਪਾਂ ਜਿੰਨੇ ਵੀ ਇੱਥੇ ਹੈਗੇ ਆ ਸਾਰੇ ਇਨਸਾਨ ਆ। ਜੇ ਮੈਨੂੰ ਅੱਜ ਲੋੜ ਪਊਗੀ ਨਾ, ਮੇਰਾ ਐਕਸੀਡੈਂਟ ਹੋ ਜਾਂਦਾ, ਮੈਨੂੰ ਬਲੱਡ ਦੀ ਲੋੜ ਪਊਗੀ, ਮੈਂ ਕਦੇ ਪੁੱਛੂੰਗਾ ਨਹੀਂ ਵੀ ਮੈਨੂੰ ਕਿਹਦਾ ਬਲੱਡ ਲਾ ਰਹੇ ਆ। ਇਸ ਕਰਕੇ ਇਹ ਬਹੁਤ ਸ਼ਰਮਨਾਕ ਘਟਨਾ ਵਾਪਰੀ ਆ। ਇੱਥੋਂ ਜਿੰਨਾ ਵੀ ਇਹਦੀ ਨਿੰਦਿਆ ਕੀਤੀ ਜਾਵੇ ਥੋੜ੍ਹੀ ਆ। ਸ਼ੁੱਕਰਵਾਰ ਨੂੰ ਫਗਵਾੜਾ ਨਿਵਾਸੀਆਂ ਨੂੰ, ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਕਰਦੇ ਆ ਵੀ ਸਾਰੇ ਇਕੱਠੇ ਹੋ ਕੇ ਨਿੰਮਾਵਾਲੇ ਚੌਂਕ ਗੁਰਦੁਆਰਾ ਸਾਹਿਬ ਇਕੱਠੇ ਹੋਈਏ ਤੇ ਸਾਰੇ ਇਕੱਠੇ ਹੋ ਕੇ ਇਸ ਘਟਨਾ ਦੇ ਖਿਲਾਫ ਪ੍ਰੋਟੈਸਟ ਕਰੀਏ ਤੇ ਹਿੰਦੁਸਤਾਨ ਦੀ ਬੋਲੀ, ਗੂੰਗੀ ਬੋਲੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਣੀਪੁਰ 'ਚ ਜਿਹੜੀ ਹਿਰਦੇ ਨੂੰ ਬਲੁੰਦਰ ਵਾਲੀ ਘਟਨਾ ਵਾਪਰੀ ਹੈ, ਆਪਾਂ ਸਭ ਪੂਰਾ ਹਿੰਦੁਸਤਾਨ ਕੀ ਪੂਰਾ ਵਰਲਡ ਇਸ ਚੀਜ਼ ਤੋਂ ਜਾਣੂ। ਉਸ ਘਟਨਾ ਨੇ ਹਰ ਕਿਸੇ ਇਨਸਾਨ ਨੂੰ ਜਿਹਦੇ ਅੰਦਰ ਇਨਸਾਨੀਅਤ ਬਾਕੀ ਹੋ, ਜਿਹੜਾ ਕਿਸੇ ਜਾਤ ਤੋਂ, ਕਿਸੇ ਧਰਮ ਤੋਂ ਜਾਂ ਕਿਸੇ ਰੰਗ ਤੋਂ ਉੱਪਰ ਉੱਠ ਕੇ ਇਨਸਾਨੀਅਤ ਨੂੰ ਤਰਜੀਹ ਦਿੰਦਾ ਹੈ, ਉਸ ਬੰਦੇ ਦੀ ਰੂਹ ਨੂੰ ਝੰਗੋਰ ਕੇ ਰੱਖਦਾ। ਤੇ ਉਸ ਘਟਨਾ ਤੋਂ ਵੀ ਮਾੜੀ ਘਟਨਾ ਜਿਹੜੀ ਮੈਂ ਹੁਣ ਮੰਨਦਾ ਜਿਹੜੀ ਚੱਲ ਰਹੀ ਹੈ ਅੱਜ ਕੱਲ੍ਹ ਸਮਾਜ ਦੇ ਵਿੱਚ, ਕਿ ਉਸ ਘਟਨਾ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਐਸੇ ਮੈਸੇਜ ਫੈਲਾਏ ਜਾ ਰਹੇ ਆ ਕਿ ਉਸ ਘਟਨਾ ਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਇਹ ਉਹਨਾਂ ਲੜਕੀਆਂ ਦੀ ਹੀ ਗਲਤੀ ਹੈ ਜਾਂ ਉਹਨਾਂ ਦੀ ਕਮਿਊਨਿਟੀ ਦੀ ਗਲਤੀ ਹੈ। ਮੈਨੂੰ ਲੱਗਦਾ ਐਸੇ ਲੋਕਾਂ ਨੂੰ ਡੁੱਬ ਕੇ ਮਰਨ ਦੀ ਗੱਲ ਆ ਉਹਨਾਂ ਵਾਸਤੇ ਜਿਹੜੇ ਕਿਸੇ ਔਰਤ ਬਾਰੇ ਐਸੀ ਆਪਣੀ ਸੋਚ ਨੂੰ ਫੈਲਾ ਰਹੇ ਆ, ਕਿਉਂਕਿ ਇਹ ਜਿਹੜੀ ਸੋਚ ਆ ਇਹ ਇਨਸਾਨੀਅਤ ਵਾਲੀ ਸੋਚ ਨਹੀਂ, ਇੱਕ ਜਾਨਵਰਾਂ ਵਾਲੀ ਸੋਚ ਹੈ। ਜੇ ਕੋਈ ਬੰਦਾ ਸੋਚਦਾ ਕਿ ਮੈਂ ਅੱਜ ਇਹਨਾਂ ਬੰਦਿਆਂ ਦਾ ਪੁਸ਼ਤਪਨਾਹੀ ਕਰੂੰਗਾ, ਇਹਨਾਂ ਦੇ ਹੱਕ ਦੀ ਗੱਲ ਕਰੂੰਗਾ, ਤੇ ਕੱਲ੍ਹ ਨੂੰ ਉਹਨਾਂ ਦਾ ਹੀ ਵਾਰੀ ਵੀ ਆਉਣੀ ਹੈ। ਇਕੱਲੀ ਇੱਕ ਕਾਸਟ ਜਾਂ ਕਮਿਊਨਿਟੀ ਦੀ ਵਾਰੀ ਨਹੀਂ, ਸਾਰਿਆਂ ਦੀ ਵਾਰੀ ਆਣੀ, ਕਿਉਂਕਿ ਜਾਨਵਰ ਜਿਹੜਾ ਇਨਸਾਨ ਬਣ ਜਾਂਦਾ ਉਹ ਨਹੀਂ ਦੇਖਦਾ ਕਿ ਮੈਂ ਕਿਹਨੂੰ ਵੱਢਣਾ ਆਇਆ ਕਿਹਨੂੰ ਛੱਡਣਾ ਆਇਆ, ਉਹਨਾਂ ਮਾਲਕ ਦੇਖਦਾ ਨਾ ਕਿਸੇ ਨੂੰ ਦੇਖਦਾ ਹੈ। ਮੇਰੀ ਹੱਥ ਜੋੜ ਕੇ ਹਰ ਬੰਦੇ ਅੱਗੇ ਇਹੀ ਗੁਜ਼ਾਰਿਸ਼ ਹੈ ਕਿ ਕੋਈ ਜਾਤ, ਕੋਈ ਧਰਮ, ਕੋਈ ਜਾਤੀ ਜਾਂ ਕੋਈ ਰੰਗ ਦੇਖ ਕੇ ਆਪਾਂ ਕਿਸੇ ਵੀ ਗੱਲ ਦੇ ਉੱਪਰ ਆਪਣੀ ਜੱਜਮੈਂਟ ਨਾ ਦੇਈਏ। ਅਸੀਂ ਇਹ ਦੇਖੀਏ ਕਿ ਜ਼ੁਲਮ ਕਿੱਥੇ ਹੋਇਆ ਤੇ ਉਹਦੇ ਖਿਲਾਫ ਇਹੀ ਅਪੀਲ ਕਰਨਾ ਚਾਹੁੰਦਾ ਕਿ ਅਸੀਂ ਸਭ ਇਨਸਾਫ ਪਸੰਦ ਬੰਦੇ
ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਨਿੰਮ ਵਾਲਾ ਚੌਂਕ 'ਚ ਇਕੱਠੇ ਹੋਈਏ ਤੇ ਜਿਹੜਾ ਜ਼ੁਲਮ ਤੇ ਜ਼ਿਆਦਤੀ ਹੋਈ ਉਹਦੇ ਖਿਲਾਫ ਆਵਾਜ਼ ਚੁੱਕੀਏ। ਤੇ ਹੋਰ ਵੀ ਜਿਹੜੇ ਫਗਵਾੜੇ ਦੇ ਇਨਸਾਫ ਪਸੰਦ ਜਥੇਬੰਦੀਆਂ ਉਹ ਵੀ ਆ ਕੇ ਸਾਡਾ ਸਾਥ ਦੇਣ ਤਾਂ ਜੋ ਪੂਰੇ ਦੇਸ਼ ਦੇ ਵਿੱਚ ਇਹ ਸੰਦੇਸ਼ ਜਾਵੇ ਕਿ ਅਸੀਂ ਇਸ ਘਟਨਾ ਦੇ ਖਿਲਾਫ ਹਾਂ। ਮਣੀਪੁਰ ਦੇ ਵਿੱਚ ਜਿਹੜੀ ਸ਼ਰਮਸਾਰ ਘਟਨਾ ਹੋਈ ਹੈ, ਇਨਸਾਨੀਅਤ ਬਿਲਕੁਲ ਸ਼ਰਮਸਾਰ ਆ, ਕਿਉਂਕਿ ਜਿਹੜੀ ਲੜਕੀਆਂ ਦੋ ਨਾਲ ਇੰਨੀ ਬਦਸਲੂਕੀ ਕੀਤੀ ਗਈ ਆ, ਉਹਨਾਂ ਨੂੰ ਨਗਨ ਕਰਕੇ ਪੂਰੇ ਬਾਜ਼ਾਰ 'ਚ ਘੁਮਾਇਆ ਗਿਆ। ਅਸੀਂ ਉਹ ਗੱਲ ਨਹੀਂ ਕਰਦੇ ਜਿੱਥੇ ਜਿਹੜੇ ਹੱਥ ਫੇਰੇ ਗਏ ਆ, ਜਿੱਦਾਂ ਉਹਨੂੰ ਨਗਨ ਕਰਕੇ ਘੁਮਾਇਆ ਗਿਆ, ਬਿਲਕੁਲ ਸ਼ਰਮਸਾਰ। ਉੱਥੇ ਸ਼ਾਸਨ ਹੈਗਾ ਬੀਜੇਪੀ ਦਾ ਰਾਜ। ਇਹ ਜੇ ਕਿਤੇ ਘਟਨਾ ਕਿਤੇ ਕਾਂਗਰਸ ਸਰਕਾਰ ਦੇ ਰਾਜ 'ਚ ਹੋਈ ਹੁੰਦੀ ਤਾਂ ਬੀਜੇਪੀ ਨੇ ਗੱਲਾਂ ਕਰਕੇ ਕਾਂਗਰਸ ਨੂੰ ਬਿਲਕੁਲ ਸ਼ਰਮਸਾਰ ਕਰ ਦੇਣਾ ਸੀ। ਇਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਸ਼ਰਮ ਹੋਣੀ ਚਾਹੀਦੀ ਆ। 78 ਦਿਨ ਦੇ ਬਾਵਜੂਦ ਵੀ ਉਹਦਾ ਕੋਈ ਬਿਆਨ ਲੱਗਾ 40 ਸਕਿੰਟ ਦਾ। ਮਨਜੀਤ ਭਾਈ ਨੇ ਗੱਲ ਸਹੀ ਕਹੀ ਆ ਵੀ 78 ਦਿਨ ਦੇ ਬਾਅਦ ਵੀ 40 ਦਿਨ ਦਾ ਕੀ ਹੁੰਦਾ, ਕੁਛ ਨਹੀਂ ਹੁੰਦਾ। 40 ਸਕਿੰਟ ਕੁਛ ਵੀ ਨਹੀਂ ਗੱਲ ਹੁੰਦੀ, ਕਿਉਂਕਿ ਜੇ ਘਟਨਾ ਕਿਤੇ ਹੋਰ ਸਮਾਨ ਨਾਲ ਘਟੀ ਹੁੰਦੀ ਨਾ, ਹਿੰਦੂ ਸਮਾਨ ਦੇ ਕਿਤੇ ਸਿੱਖ ਸਮਾਨ, ਇਹਨਾਂ ਨੇ ਤੜਫ ਉੱਠਣਾ ਸੀ ਵੀ ਸਾਡੇ ਨਾਲ ਕੀ ਹੋ ਗਿਆ। ਕਿਉਂ ਜਿਹੜੀ RSS ਆ ਸਭ ਤੋਂ ਖਤਰਨਾਕ ਜਿਹੜੀ ਆ ਸਾਡੇ ਦੇਸ਼ ਦੇ ਵਿੱਚ, ਸਭ ਤੋਂ ਮਾੜੀ ਆ ਜਿਹੜੀ ਕਿ ਇਸ ਨੂੰ ਪ੍ਰਸ਼ਾਸਨ ਨੂੰ, ਰਾਜ ਨੂੰ, ਦੇਸ਼ ਨੂੰ ਚਲਾ ਰਹੀ ਆ। ਕਿਉਂਕਿ ਇਹ ਜਿਹੜੀ ਸਮਝ ਜਿਹੜੀ ਗੱਲ ਕਿ ਡਬਲ ਇੰਜਨ ਸਰਕਾਰ, ਮੈਂ ਕਹਿੰਦਾ ਬਿਲਕੁਲ ਫੇਲ। ਕਿਉਂਕਿ ਇਹਨਾਂ ਨੂੰ ਚਾਹੀਦਾ ਕਿ ਉਹ ਧੀਆਂ ਸਾਰੀਆਂ ਸਾਂਝੀਆਂ, ਇਹ ਦੇਸ਼ ਦੀਆਂ ਬੇਟੀਆਂ ਵਾ। ਪਿਛਲੇ ਦਿਨੀ ਮਨੀਸ਼ਾ ਕਾਂਡ ਹੋਇਆ ਸੀ, ਉਸ ਟਾਈਮ ਵੀ ਸਾਰੇ ਪੂਰੇ ਸਾਡੇ ਸ਼ਹਿਰਾਂ ਕ੍ਰਿਸਚਨ ਭਾਈਚਾਰਾ ਸਾਡੇ ਨਾਲ ਗਏ ਸੀ, ਬਹੁਤ ਵੱਡੀ ਪੱਧਰ ਤੇ ਰੋਸ ਰੈਲੀ ਕੱਢੀ ਸੀ ਔਰ ਬੰਦੇ ਨੂੰ ਸਜ਼ਾ ਵੀ ਮਿਲੀ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਅਗਰ ਪ੍ਰਧਾਨ ਮੰਤਰੀ ਆਪਣੇ ਨੂੰ ਸਮਝਦਾ ਵਾ ਤਾਂ ਉਹ ਬੰਦੇ ਜਿਹਨਾਂ ਨੇ ਗੁੰਡਾਗਰਦੀ ਕੀਤੀ ਆ, ਉਹ ਗੁੰਡਾ ਅਨਸਰਾਂ ਨੂੰ ਨੱਥ ਪਾ ਕੇ ਉਹਨਾਂ ਨੂੰ ਜੇਲ੍ਹ ਧੱਕਿਆ ਜਾਵੇ, ਤਾਂ ਕਿ ਜਿਹੜਾ ਮਣੀਪੁਰ 'ਚ ਬੈਠੇ ਅਨਸੁਰੱਖਿਅਤ ਲੋਕ ਆ, ਆਦੀਵਾਸੀ ਲੋਕ ਜਿਹਨੂੰ ਅਸੀਂ ਕਹਿੰਦੇ ਆ, ਉਧਰ ਆਦੀਵਾਸੀ ਕਹਿੰਦੇ, ਸਾਡੇ ਉੱਧਰ ਐਸੀ ਸਮਾਜ ਕਹਿੰਦੇ ਆ, ਜਿਹੜਾ ਅਨਸੁਰੱਖਿਅਤ ਲੋਕਾਂ ਨੂੰ ਸੁਰੱਖਿਆ ਦੇ ਕੇ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਇਨਸਾਫ ਦਿਵਾ ਜਾਵੇ, ਤਾਂ ਹੀ ਇਹ ਪੰਜਾਬ ਦੇ ਵਿੱਚ ਜਿਹੜੀ ਭੀੜ ਭਾੜ ਦੇ ਵਿੱਚ ਠੇਲ ਪੈਣੀ ਹੈ। ਜਿਵੇਂ ਕਿ ਸੁਮਨ ਜੀ ਨੇ ਕਿਹਾ, ਪੂਰੇ ਵਰਲਡ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਥੂ ਹੋ ਰਹੀ ਹੈ, ਕਿਉਂਕਿ ਭਾਰਤ ਦੇਸ਼ ਇੱਕ ਐਸਾ ਵਾ ਜਿੱਥੇ ਕਿ ਇਨਸਾਫ ਪਸੰਦ ਆ। ਪਰ ਹੁਣ ਜਦ ਦੀ BJP ਸਰਕਾਰ ਬਣੀ ਹੈ 77 ਸਾਲ ਤੋਂ, ਬਿਲਕੁਲ ਭਾਰਤ ਦੇਸ਼ ਬਿਲਕੁਲ ਸ਼ਰਮਸਾਰ ਹੋ ਚੁੱਕਾ। ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਇਸ ਦੁੱਖ ਦੀ ਘੜੀ ਸਾਡਾ ਸਾਥ ਦਿਓ। ਸਾਂਝਾ ਫਰੰਟ ਘੱਟ ਕੇ ਸਾਂਝਾ ਫਰੰਟ ਬਣ ਗਿਆ, ਸਭੀ ਬਾਜੀ ਆ, ਸਾਰੇ ਗਾਂਧੀ ਸਾਰੇ ਸਾਡਾ ਸਾਥ ਦੇ, ਉਹਨਾਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਾਡੇ ਨਾਲ ਅੱਜ ਘੱਟ ਗਿਣਤੀ ਵਿੱਚ ਆ ਕੇ ਸਾਡਾ ਸਾਥ ਦਿੱਤਾ। ਅਸੀਂ ਉਹਨਾਂ ਕੋਟੀ ਤਾਲਕਾ ਕਿ ਕੱਲ੍ਹ 4 ਵਜੇ ਨਿੰਮ ਵਾਲੇ ਚੌਂਕ ਸਾਰੇ ਇਕੱਠੇ ਹੋ ਕੇ ਬਾਜ਼ਾਰਾਂ 'ਚ ਵੱਖਰੇ ਹੁੰਦੇ ਹੋਏ ਸ਼ੁੱਕਰਵਾਰ ਸ਼ਾਮ 4 ਵਜੇ ਬਾਜ਼ਾਰਾਂ 'ਚ ਵੱਖਰੇ ਆ ਕੇ ਅਸੀਂ BJP ਦਾ ਪੁਤਲਾ ਫੂਕਾਂਗੇ ਔਰ ਪ੍ਰੋਟੈਸਟ ਕਰਾਂਗੇ ਔਰ ਆਲੇ ਦੁਆਲੇ ਖੜ੍ਹ ਕੇ ਲੋਕਾਂ ਨੂੰ ਦੱਸਾਂ ਵੀ ਜਿਹੜੀ ਇਹ ਮਾੜੀ ਘਟਨਾ ਦੇਸ਼ ਵਾਸੀਆਂ ਨਾਲ ਹੋ ਰਹੀ ਹੈ, ਇਹਨੂੰ ਬੰਦ ਕੀਤਾ ਜਾਵੇ। ਜੈ ਵਾਲਮੀਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Subscribe now and press the bell icon. Never miss an update.